ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਕੱਲ੍ਹ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 906 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ। ਆਓ ਅਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 907 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਦੱਖਣੀ ਮਹੱਲਾ ਪਹਿਲਾ। ਰਾਗ ਰਾਮ ਕਲੀ ਦੱਖਣੀ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ। ਜਤ ਸਤ ਸੰਜਮ ਸਾਚ ਦਿਰੜਾਇਆ, ਸਾਚ ਸ਼ਬਦ ਰਸ ਲੀਣਾ। ਮੇਰਾ ਗੁਰੂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੀ ਰਾਹੀਂ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਰਸ ਵਿੱਚ ਲੀਨ ਰਹਿੰਦਾ ਹੈ। ਮੇਰੇ ਗੁਰੂ ਨੇ ਮੈਨੂੰ ਇਹ ਯਕੀਨ ਕਰਾ ਦਿੱਤਾ ਹੈ ਕਿ ਕਾਮ ਵਾਸ਼ਨਾ ਤੋਂ ਬਚੇ ਰਹਿਣਾ, ਉੱਚਾ ਆਚਰਣ, ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣਾ ਤੇ ਸਦਾ ਥਿਰ ਪ੍ਰਭੂ ਦਾ ਸਿਮਰਨ, ਇਹੀ ਹੈ ਸਹੀ ਜੀਵਨ। ਮੇਰਾ ਗੁਰ ਦਿਆਲ ਸਦਾ ਰੰਗ ਲੀਨਾ। ਮੇਰਾ ਗੁਰੂ ਦਇਆ ਦਾ ਘਰ ਹੈ, ਉਹ ਸਦਾ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਇਹ ਨਸਰ ਹੈ ਏਕ ਲਿਵ ਲਾਗੀ, ਸਾਚੇ ਦੇਖ ਪਤੀਨਾ ਰਹਾਓ। ਮੇਰੇ ਗੁਰੂ ਦੀ ਸੁਰਤ ਦਿਨ ਰਾਤ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਹੈ। ਮੇਰਾ ਗੁਰੂ ਸਦਾ ਥਿਰ ਪਰਮਾਤਮਾ ਦਾ ਹਰ ਥਾਂ ਦੀਦਾਰ ਕਰਕੇ ਉਸ ਦੀਦਾਰ ਵਿੱਚ ਮਸਤ ਰਹਿੰਦਾ ਹੈ। ਰਹਾਓ। ਰਹਿ ਗਗਨਪੁਰ ਦ੍ਰਿਸ਼ਟ ਸਮੈਸਰ, ਅਨਹਤ ਸ਼ਬਦ ਰੰਗੀਨਾ। ਮੇਰੇ ਗੁਰੂ ਦਾ ਉੱਚੀ ਅਡੋਲ ਆਤਮਿਕ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਮੇਰੇ ਗੁਰੂ ਦਾ ਆਸਣ ਸਦਾ ਉੱਚੀ ਅਡੋਲ ਆਤਮਿਕ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਮੇਰੇ ਗੁਰੂ ਦੀ ਪਿਆਰ ਭਰੀ ਨਿਗਾਹ ਸਭ ਵੱਲ ਇੱਕੋ ਜਿਹੀ ਹੈ। ਮੇਰਾ ਗੁਰੂ ਉਸ ਸ਼ਬਦ ਵਿੱਚ ਰੰਗਿਆ ਹੋਇਆ ਹੈ ਜਿਸ ਦੀ ਧੁਨ ਉਸ ਦੇ ਅੰਦਰ ਇੱਕ ਰਸ ਹੋ ਰਹੀ ਹੈ। ਸਤ ਬੰਦ ਕੋਪੀਨ ਭਰਪੁਰ ਲੀਨਾ, ਜਿਹਵਾ ਰੰਗ ਰਸੀਨਾ। ਉੱਚਾ ਆਚਰਣ ਰੂਪ ਲੰਗੋਟ ਬੰਨ੍ਹ ਕੇ ਮੇਰਾ ਗੁਰੂ ਸਰਬ ਵਿਆਪਕ ਪਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦਾ ਹੈ। ਉਸ ਦੀ ਜੀਭ ਪ੍ਰਭੂ ਦੇ ਪ੍ਰੇਮ ਰਸ ਵਿੱਚ ਰਸੀ ਰਹਿੰਦੀ ਹੈ। ਮਿਲੈ ਗੁਰ ਸਾਚੇ ਜਿਨ ਸੱਚ ਰਾਚੇ, ਕਿਰਤ ਵਿਚਾਰ ਪਤੀਨਾ। ਕਦੇ ਉਕਾਈ ਨਾ ਖਾਣ ਵਾਲੇ ਮੇਰੇ ਗੁਰੂ ਨੂੰ ਉਹ ਪਰਮਾਤਮਾ ਸਦਾ ਮਿਲਿਆ ਰਹਿੰਦਾ ਹੈ। ਜਿਸ ਨੇ ਜਗਤ ਰਚਨਾ ਰਚੀ ਹੈ, ਉਸ ਦੀ ਜਗਤ ਕੀਰਤ ਨੂੰ ਵੇਖ ਵੇਖ ਕੇ ਮੇਰਾ ਗੁਰੂ ਉਸ ਦੀ ਸਮਰੱਥ ਸਰਬ ਸਮਰੱਥਾ ਵਿੱਚ ਨਿਸ਼ਠਾ ਰੱਖਦਾ ਹੈ। ਏਕ ਮਹਿ ਸਰਬ ਮਹਿ ਏਕਾ, ਇਹ ਸਤਿਗੁਰ ਦੇਖ ਦਿਖਾਈ। ਸ੍ਰਿਸ਼ਟੀ ਦੇ ਸਾਰੇ ਹੀ ਜੀਵ ਇੱਕ ਪਰਮਾਤਮਾ ਵਿੱਚ ਹਨ, ਭਾਵ ਇੱਕ ਪ੍ਰਭੂ ਹੀ ਸਭ ਦੀ ਜ਼ਿੰਦਗੀ ਦਾ ਆਧਾਰ ਹੈ। ਸਾਰੇ ਜੀਵਾਂ ਵਿੱਚ ਇੱਕ ਪਰਮਾਤਮਾ ਵਿਆਪਕ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਇਹ ਕੌਤਕ ਮੇਰੇ ਗੁਰੂ ਨੇ ਆਪ ਵੇਖ ਕੇ ਮੈਨੂੰ ਵਿਖਾ ਦਿੱਤਾ ਹੈ। ਜਿਨ ਕੀ ਇਹ ਖੰਡ ਮੰਡਲ ਬ੍ਰਹਮੰਡਾ, ਸੋ ਪ੍ਰਭ ਲਖਨ ਨਾ ਜਾਈ। ਮੇਰੇ ਗੁਰੂ ਨੇ ਹੀ ਮੈਨੂੰ ਦੱਸਿਆ ਹੈ ਕਿ ਜਿਸ ਪ੍ਰਭੂ ਪਰਮਾਤਮਾ ਨੇ ਸਾਰੇ ਖੰਡ ਮੰਡਲ ਬ੍ਰਹਮੰਡ ਬਣਾਏ ਹਨ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਕੋਈ ਅੱਜ ਤੱਕ ਉਸ ਦਾ ਸਹੀ ਸਰੂਪ ਬਿਆਨ ਕਰ ਸਕਿਆ ਹੈ ਕਿ ਉਹ ਪਰਮਾਤਮਾ ਕਿੱਡਾ ਵੱਡਾ ਹੈ। ਦੀਪਕ ਤੇ ਦੀਪਕ ਪਰਗਾਸਿਆ, ਤ੍ਰਿਪਵਨ ਜੋਤ ਦਿਖਾਈ। ਗੁਰੂ ਨੇ ਆਪਣੀ ਰੋਸ਼ਨ ਜੋਤ ਦੇ ਦੀਵੇ ਤੋਂ ਮੇਰੇ ਅੰਦਰ ਦੀਵਾ ਜਗਾ ਦਿੱਤਾ ਹੈ ਤੇ ਮੈਨੂੰ ਉਹ ਰੱਬੀ ਜੋਤ ਵਿਖਾ ਦਿੱਤੀ ਹੈ ਜੋ ਤਿੰਨਾਂ ਭਵਨਾਂ ਵਿੱਚ ਮੌਜੂਦ ਹੈ। ਗੁਰੂ ਨਾਨਕ ਪਾਤਸ਼ਾਹ ਆਪਣੀ ਬਾਣੀ ਵਿੱਚ ਇਉਂ ਫਰਮਾਨ ਕਰ ਰਹੇ ਹਨ। ਸੱਚੈ ਤਖਤ ਸੱਚ ਮਹਿਲੀ ਬੈਠੇ, ਨਿਰਭਉ ਤਾੜੀ ਲਾਈ। ਮੇਰਾ ਗੁਰੂ ਇੱਕ ਐਸਾ ਨਾਥਾਂ ਦਾ ਪੀਨਾਥ ਹੈ
ਜੋ ਸਦਾ ਟਲ ਰਹਿਣ ਵਾਲੇ ਅਡੋਲਤਾ ਦੇ ਤਖਤ ਉੱਤੇ ਬੈਠਾ ਹੋਇਆ ਹੈ, ਜੋ ਸਦਾ ਥਿਰ ਰਹਿਣ ਵਾਲੇ ਮਹਿਲ ਵਿੱਚ ਬੈਠਾ ਹੋਇਆ ਹੈ। ਉੱਥੇ ਆਸਣ ਜਮਾਈ ਬੈਠੇ ਮੇਰੇ ਗੁਰੂ ਜੋਗੀ ਨੇ ਨਿਡਰਤਾ ਦੀ ਸਮਾਧੀ ਲਾਈ ਹੋਈ ਹੈ। ਮੋਹੇ ਗਿਆ ਬੈਰਾਗੀ ਜੋਗੀ, ਘਟ ਘਟ ਕਿੰਗੁਰੀ ਵਾਈ। ਮਾਇਆ ਤੋਂ ਨਿਰਲੇਪ ਮੇਰੇ ਜੋਗੀ ਗੁਰੂ ਨੇ ਸਾਰੇ ਸੰਸਾਰ ਨੂੰ ਮੋਹ ਲਿਆ ਹੈ। ਉਸ ਨੇ ਹਰੇਕ ਦੇ ਅੰਦਰ ਆਤਮਿਕ ਜੀਵਨ ਦੀ ਰੌਂ ਕਿੰਗੁਰੀ ਵਜਾ ਦਿੱਤੀ ਹੈ। ਗੁਰੂ ਪਿਆਰਿਓ, ਜਿਹੜੇ ਨਾਮ ਦੇ ਅਭਿਆਸੀ ਹੁੰਦੇ ਨੇ ਉਸ ਗੱਲ ਨੂੰ ਜਾਣਦੇ ਹਨ ਕਿ ਇੱਕ ਰਸ ਉਹਨਾਂ ਨੂੰ ਵਾਜੇ ਵੱਜਦੇ ਸੁਣਾਈ ਦਿੰਦੇ ਹਨ ਅੰਦਰੋਂ ਹੀ। ਜਦੋਂ ਬਾਹਰ ਦਾ ਰੌਲਾ ਉਹਨਾਂ ਦੇ ਮਨ 'ਚੋਂ ਮੁੱਕ ਜਾਂਦਾ ਹੈ, ਬਾਹਰੋਂ ਕੁਛ ਨਹੀਂ ਸੁਣਦਾ, ਅਤੇ ਫਿਰ ਅੰਦਰੋਂ ਹੀ ਸਾਰਾ ਕੁਝ ਪ੍ਰਗਟ ਹੁੰਦਾ ਹੈ ਅਤੇ ਪਰਮਾਤਮਾ ਆਪਣੇ ਅੰਦਰ ਹੀ ਬੈਠਾ ਹੈ। ਨਾਨਕ ਸਰਨ ਪ੍ਰਭੂ ਕੀ ਛੂਟੇ, ਸਤਿਗੁਰ ਸੱਚ ਸਿਖਾਈ। ਹੇ ਨਾਨਕ, ਸਦਾ ਸਥਿਰ ਰਹਿਣ ਵਾਲਾ ਪਰਮਾਤਮਾ ਮੇਰੇ ਗੁਰੂ ਦਾ ਮਿੱਤਰ ਹੈ। ਗੁਰੂ ਦੀ ਰਾਹੀਂ ਪ੍ਰਭੂ ਦੀ ਸ਼ਰਨ ਪੈ ਕੇ ਜੀਵ ਮਾਇਆ ਦੇ ਮੋਹ ਤੋਂ ਬਚ ਜਾਂਦੇ ਹਨ। ਰਾਮ ਕਲੀ ਮਹੱਲਾ ਪਹਿਲਾ। ਰਾਗ ਰਾਮ ਕਲੀ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ। ਓ ਹਠ ਹਸਤ ਘੜੀ, ਓ ਹਠ ਹਸਤ ਮੜੀ ਘਰ ਛਾਇਆ, ਧਰਨ ਗਗਨ ਕਲ ਧਾਰੀ। ਧਰਤੀ ਕਾਸ਼ ਨੂੰ ਆਪਣੀ ਸੱਤਿਆ ਨਾਲ ਟਿਕਾ ਰੱਖਣ ਵਾਲਾ ਪਰਮਾਤਮਾ, ਜਿਸ ਜੀਵ ਨੂੰ ਮਾਇਆ ਮੋਹ ਆਦਿਕ ਤੋਂ ਬਚਾਉਂਦਾ ਹੈ, ਉਸ ਦੇ ਹਿਰਦੇ ਵਿੱਚ ਟਿਕ ਕੇ ਉਸ ਦੇ ਸਰੀਰ ਨੂੰ ਆਪਣੇ ਰਹਿਣ ਲਈ ਘਰ ਬਣਾ ਲੈਂਦਾ ਹੈ। ਭਾਵ ਉਸ ਦੇ ਅੰਦਰ ਆਪਣਾ ਆਪ ਪ੍ਰਗਟ ਕਰਦਾ ਹੈ ਪਰਮਾਤਮਾ, ਜਿਸ 'ਤੇ ਆਪਣੀ ਮਿਹਰ ਕਰਦਾ ਹੈ। ਗੁਰਮੁਖ ਕੇਤੀ ਸ਼ਬਦ ਉਧਾਰੀ, ਸੰਤੋ ਰਹਾਓ। ਹੇ ਸੰਤ ਜਨੋ, ਗੁਰੂ ਦੇ ਸਨਮੁਖ ਕਰਕੇ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਪਰਮਾਤਮਾ ਬੇਅੰਤ ਲੁਕਾਈ ਨੂੰ ਹਉਮੈ ਮਮਤਾ ਕਾਮ ਆਦਿਕ ਤੋਂ ਬਚਾਉਂਦਾ ਚੱਲਿਆ ਆ ਰਿਹਾ ਹੈ। ਰਹਾਓ। ਮਮਤਾ ਮਾਰ ਹਉਮੈ ਸੁਖ ਹੈ, ਤ੍ਰਿਪਵਨ ਜੋਤ ਤੁਮਾਰੀ। ਹੇ ਪ੍ਰਭੂ ਪਰਮਾਤਮਾ, ਗੁਰੂ ਦੀ ਰਾਹੀਂ ਜਿਸ ਮਨੁੱਖ ਦਾ ਤੂੰ ਉਧਾਰ ਕਰਦਾ ਹੈ, ਉਹ ਆਪਣੱਤ ਨੂੰ ਆਪਣੇ ਅੰਦਰੋਂ ਮਾਰ ਕੇ ਹਉਮੈ ਨੂੰ ਵੀ ਮੁਕਾ ਲੈਂਦਾ ਹੈ ਅਤੇ ਉਸ ਨੂੰ ਇਸ ਤ੍ਰੈ ਭਵਨੀ ਜਗਤ ਵਿੱਚ ਤੇਰੀ ਹੀ ਜੋਤ ਨਜ਼ਰੀ ਆਉਂਦੀ ਹੈ। ਮਨਸਾ ਮਾਰ ਮਨੈ ਮਹਿ ਰਾਖੈ, ਸਤਿਗੁਰ ਸ਼ਬਦ ਵਿਚਾਰੀ। ਹੇ ਪ੍ਰਭੂ ਪਰਮਾਤਮਾ, ਜਿਸ ਜੀਵ ਨੂੰ ਤੂੰ ਤਾਰਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਉੱਚੀ ਵਿਚਾਰ ਦਾ ਮਾਲਕ ਹੋ ਕੇ ਆਪਣੇ ਮਨ ਦੇ ਮਾਇਕ ਫੁਰਨਿਆਂ ਨੂੰ ਮੁਕਾ ਕੇ ਤੇਰੀ ਯਾਦ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹੈ। ਸਿੰਘੀ ਸੁਰਤ ਅਨਾਹਦ ਵਾਜੈ, ਘਟ ਘਟ ਜੋਤ ਤੁਮਾਰੀ। ਹੇ ਪ੍ਰਭੂ ਪਰਮਾਤਮਾ, ਜਿਸ ਉੱਤੇ ਤੇਰੀ ਮਿਹਰ ਹੁੰਦੀ ਹੈ, ਉਹ ਹੈ ਅਸਲ ਜੋਗੀ। ਉਸ ਦੀ ਸੁਰਤ ਤੇਰੇ ਨਾਸ ਰਹਿਤ ਸਰੂਪ ਵਿੱਚ ਟਿਕਦੀ ਹੈ। ਇਹ ਮਨ ਉਸ ਦੇ ਅੰਦਰ ਜੋਗੀ ਵਾਲੀ ਸਿੰਘੀ ਵੱਜਦੀ ਹੈ। ਉਸ ਨੂੰ ਹਰੇਕ ਸਰੀਰ ਵਿੱਚ ਤੇਰੀ ਹੀ ਜੋਤ ਦਿਸਦੀ ਹੈ। ਉਹ ਕਿਸੇ ਨੂੰ ਤਿਆਗ ਕੇ ਜੰਗਲੀ ਪਹਾੜੀ ਨਹੀਂ ਭਟਕਦਾ। ਪਰ ਪੰਚ ਬੇਣ ਤਹੀ ਮਨ ਰਾਖਿਆ, ਬ੍ਰਹਮ ਅਗਨ ਪਰ ਜਾਰੀ। ਗੁਰੂ ਦੇ ਸ਼ਬਦ ਵਿੱਚ ਟਿਕਿਆ ਹੋਇਆ ਮਨੁੱਖ ਅਸਲ ਜੋਗੀ ਹੈ। ਉਹ ਆਪਣੇ ਮਨ ਨੂੰ ਉਸ ਪਰਮਾਤਮਾ ਵਿੱਚ ਜੋੜੀ ਰੱਖਦਾ ਹੈ, ਜਿਸ ਵਿੱਚ ਜਗਤ ਰਚਨਾ ਦੀ ਬੀਣਾ ਸਦਾ ਵੱਜ ਰਹੀ ਹੈ। ਉਹ ਆਪਣੇ ਅੰਦਰ ਰੱਬੀ ਜੋਤ ਚੰਗੀ ਤਰ੍ਹਾਂ ਜਗਾ ਲੈਂਦਾ ਹੈ। ਪੰਜ ਤਤ ਮਿਲ ਅਹਨਸ ਦੀਪਕ, ਨਿਰਮਲ ਜੋਤ ਅਪਾਰੀ। ਹੇ ਔਦੂ, ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੀ ਸ਼ਰਨ ਪਾ ਕੇ ਆਤਮ ਉਧਾਰ ਦੇ ਰਸਤੇ ਪਾਉਂਦਾ ਹੈ, ਉਹ ਮਨੁੱਖ ਇਸ ਪੰਜ ਤੱਤੀ ਮਨੁੱਖਾ ਸਰੀਰ ਨੂੰ ਹਾਸਲ ਕਰਕੇ ਜੰਗਲੀ ਪਹਾੜੀ ਜਾ ਕੇ ਇਸ ਨੂੰ ਸੁਆਹ ਵਿੱਚ ਨਹੀਂ ਰੋਲਦਾ। ਉਹ ਤਾਂ ਬੇਅੰਤ ਪਰਮਾਤਮਾ ਦੀ ਪਵਿੱਤਰ ਜੋਤ ਦਾ ਦੀਵਾ ਦਿਨ ਰਾਤ ਆਪਣੇ ਅੰਦਰ ਜਗਾਈ ਰੱਖਦਾ ਹੈ। ਰਵ ਸਸ ਲੌਕੇ ਇਹੋ ਤਨ ਕਿੰਗੁਰੀ, ਵਾਜੈ ਸ਼ਬਦ ਨਿਰਾਰੀ। ਹੇ ਔਦੂ, ਪ੍ਰਭੂ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਮਨੁੱਖ
ਆਪਣੇ ਇਸ ਸਰੀਰ ਨੂੰ ਕਿੰਗਰੀ ਬਣਾਉਂਦਾ ਹੈ। ਸਵਾਸ ਸਵਾਸ ਨਾਮ ਜਪਣ ਨੂੰ ਇਸ ਸਰੀਰ ਕਿੰਗਰੀ ਦੇ ਤੂੰਬੇ ਬਣਾਉਂਦਾ ਹੈ। ਉਸ ਦੇ ਅੰਦਰ ਗੁਰੂ ਦਾ ਸ਼ਬਦ ਅਨੋਖੀ ਖਿੱਚ ਨਾਲ ਵੱਜਦਾ ਹੈ, ਭਾਵ ਗੁਰੂ ਦਾ ਸ਼ਬਦ ਉਸ ਦੇ ਅੰਦਰ ਸਵਾਦਲਾ ਪ੍ਰੇਮ ਰਾਗ ਪੈਦਾ ਕਰਦਾ ਹੈ। ਸ਼ਿਵ ਨਗਰੀ ਮੈਂ ਆਸਣ ਔਦੂ, ਅਲਖ ਗਮ ਅਪਾਰੀ। ਹੇ ਔਦੂ, ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਉਧਾਰਦਾ ਹੈ, ਉਹ ਉਸ ਆਤਮਿਕ ਅਵਸਥਾ ਰੂਪ ਨਗਰੀ ਵਿੱਚ ਅਡੋਲ ਚਿੱਤ ਹੋ ਕੇ ਜੁੜਦਾ ਹੈ, ਜਿੱਥੇ ਕਲਿਆਣ ਸਰੂਪ ਪ੍ਰਭੂ ਦਾ ਹੀ ਪ੍ਰਭਾਵ ਹੈ, ਜਿੱਥੇ ਉਸ ਦੇ ਅੰਦਰ ਅਲੱਖ ਪਹੁੰਚ ਤੇ ਬੇਅੰਤ ਪਰਮਾਤਮਾ ਪ੍ਰਗਟ ਹੋ ਪੈਂਦਾ ਹੈ। ਉਹ ਉੱਚੀ ਆਤਮ ਅਵਸਥਾ ਹੀ ਗੁਰਸਿੱਖ ਜੋਗੀ ਦੀ ਸ਼ਿਵ ਨਗਰੀ ਹੈ। ਕਾਇਆ ਨਗਰੀ ਇਹੋ ਮਨ ਰਾਜਾ, ਪੰਚ ਵਸੈ ਵਿਚਾਰੀ। ਹੇ ਔਦੂ, ਪ੍ਰਭੂ ਤੋਂ ਵਰਸੋਏ ਹੋਏ ਮਨੁੱਖ ਦਾ ਇਹ ਸਰੀਰ ਮਾਨੋ ਵਸਦਾ ਸ਼ਹਿਰ ਬਣ ਜਾਂਦਾ ਹੈ, ਜਿਸ ਵਿੱਚ ਪੰਜੇ ਗਿਆਨ ਇੰਦਰੇ ਵਿਚਾਰਵਾਨ ਹੋ ਕੇ ਉੱਚੀ ਆਤਮਿਕ ਸੂਝ-ਬੂਝ ਵਾਲੇ ਹੋ ਕੇ ਵਸਦੇ ਹਨ, ਭਾਵ ਵਿਕਾਰਾਂ ਦੇ ਪਿੱਛੇ ਭਟਕਦੇ ਨਹੀਂ ਫਿਰਦੇ। ਵਰਸੋਏ ਮਨੁੱਖ ਦਾ ਇਹ ਮਨ ਸਰੀਰ ਨਗਰੀ ਵਿੱਚ ਰਾਜਾ ਬਣ ਜਾਂਦਾ ਹੈ, ਕਾਮਾਦੇਕਾਂ ਨੂੰ ਵਸ ਵਿੱਚ ਰੱਖੀ ਬੈਠਦਾ ਹੈ। ਸ਼ਬਦ ਰਵੈ ਆਸਣ ਘਰ ਰਾਜਾ, ਅਦਲ ਕਰੇ ਗੁਣਕਾਰੀ। ਹੇ ਔਦੂ, ਜਿਸ ਮਨੁੱਖ ਦਾ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਉਧਾਰ ਕਰਦਾ ਹੈ, ਉਸ ਦਾ ਮਨ ਕਾਮਾਦਕਾਂ ਉੱਤੇ ਬਲੀ ਹੋ ਕੇ ਆਤਮਿਕ ਅਡੋਲਤਾ ਦੇ ਆਸਣ ਉੱਤੇ ਬੈਠਦਾ ਹੈ, ਭਾਵ ਉਸ ਦੇ ਮਨ ਉੱਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣਾ ਜ਼ੋਰ ਨਹੀਂ ਪਾਉਂਦੇ। ਉਹ ਆਪਣੇ ਅੰਦਰ ਹੀ ਟਿਕਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ, ਨਿਆਂ ਕਰਦਾ ਹੈ, ਭਾਵ ਸਾਰੇ ਇੰਦਰੀਆਂ ਨੂੰ ਆਪੋ ਆਪਣੀ ਹੱਦ ਵਿੱਚ ਰੱਖਦਾ ਹੈ ਤੇ ਪਰਉਪਕਾਰੀ ਹੋ ਜਾਂਦਾ ਹੈ। ਕਾਲ ਬੇਕਾਲ ਕਹੇ ਰੇ, ਕਾਲ ਬੇਕਾਲ ਕਹੈ ਬਪੁਰੇ, ਜੀਵਤ ਮੁਆ ਮਨ ਮਾਰੀ। ਹੇ ਔਦੂ, ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਧੂਣੀਆਂ ਤਪਾ ਤਪਾ ਕੇ ਨਹੀਂ ਸੜਦਾ। ਉਹ ਤਾਂ ਇਹ ਸੰਸਾਰਕ ਜੀਵਨ ਜਿਉਂਦਾ ਹੀ ਹਉਮੈ ਮਮਤਾ ਕਾਮਾਦਕਾਂ ਵੱਲੋਂ ਮਰ ਜਾਂਦਾ ਹੈ। ਉਹ ਆਪਣੇ ਮਨ ਨੂੰ ਇਹਨਾਂ ਵੱਲੋਂ ਮਾਰ ਦਿੰਦਾ ਹੈ। ਇਸ ਅਵਸਥਾ ਵਿੱਚ ਪਹੁੰਚੇ ਹੋਏ ਦਾ ਵਿਚਾਰੇ ਜਨਮ ਮਰਨ ਕੁਝ ਵਿਗਾੜ ਨਹੀਂ ਸਕਦੇ। 84 ਦੇ ਚੱਕਰਾਂ ਤੋਂ ਮਨੁੱਖ ਮੁਕਤ ਹੋ ਜਾਂਦਾ ਹੈ, ਜਿਹੜਾ ਗ੍ਰਸਤ ਵਿੱਚ ਰਹਿੰਦਿਆਂ ਹੀ ਪਰਮਾਤਮਾ ਦੀ ਭਗਤੀ ਕਰਦਾ ਹੈ। ਬ੍ਰਹਮਾ ਬਿਸ਼ਨ ਮਹੇ ਸਿਕ ਮੂਰਤ, ਆਪੇ ਕਰਤਾ ਕਾਰੀ। ਹੇ ਔਦੂ, ਉਸ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਕਰਤਾਰ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ। ਬ੍ਰਹਮਾ ਵਿਸ਼ਨੂੰ ਤੇ ਸ਼ਿਵ ਉਸ ਇੱਕ ਪਰਮਾਤਮਾ ਦੀ ਹੀ ਇੱਕ ਤਾਕਤ ਦਾ ਸਰੂਪ ਮਿਥੇ ਗਏ ਹਨ। ਉਸ ਪਰਮਾਤਮਾ ਦੀ ਤਾਕਤ ਦਾ ਹੀ ਇੱਕ ਇੱਕ ਸਰੂਪ ਹਨ, ਬ੍ਰਹਮਾ ਵਿਸ਼ਨੂੰ ਤੇ ਮਹੇਸ਼। ਕਾਇਆ ਸੋਧ ਤਰੈ ਭਵ ਸਾਗਰ, ਆਤਮ ਤਤ ਵਿਚਾਰੀ। ਹੇ ਔਦੂ, ਮਨੁੱਖ ਹਰੇਕ ਆਤਮਾ ਦੇ ਮਾਲਕ ਪਰਮਾਤਮਾ ਦੀ ਯਾਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਉਂਦਾ ਹੈ ਤੇ ਜੰਗਲਾਂ ਪਹਾੜਾਂ ਵਿੱਚ ਭਟਕਣ ਦੇ ਥਾਂ ਆਪਣੇ ਸਰੀਰ ਨੂੰ ਵਿਕਾਰਾਂ ਵੱਲੋਂ ਪਵਿੱਤਰ ਰੱਖ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਗੁਰ ਸੇਵਾ ਤੇ ਸਦਾ ਸੁਖ ਪਾਇਆ, ਅੰਤਰ ਸ਼ਬਦ ਰਵਿਆ ਗੁਣਕਾਰੀ। ਹੇ ਔਦੂ, ਉਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਤੋਂ ਹੀ ਸਦਾ ਲਈ ਆਤਮਿਕ ਆਨੰਦ ਲੱਭ ਲਿਆ ਹੈ। ਉਸ ਦੇ ਅੰਦਰ ਸੁੱਚੇ ਆਤਮਿਕ ਗੁਣ ਪੈਦਾ ਕਰਨ ਵਾਲਾ ਗੁਰੂ ਦਾ ਸ਼ਬਦ ਸਦਾ ਟਿਕਿਆ ਰਹਿੰਦਾ ਹੈ। ਆਪੇ ਮੇਲ ਲਏ ਗੁਣ ਦਾਤਾ, ਹਉਮੈ ਤ੍ਰਿਸ਼ਨਾ ਮਾਰੀ। ਹੇ ਔਦੂ, ਜਿਸ ਉੱਤੇ ਮਿਹਰ ਕਰਦਾ ਹੈ, ਉਸ ਨੂੰ ਆਤਮਿਕ ਗੁਣ ਪੈਦਾ ਕਰਨ ਵਾਲਾ ਪਰਮਾਤਮਾ ਆਪ ਹੀ ਗੁਰਮੁਖਾਂ ਦੀ ਸੰਗਤ ਵਿੱਚ ਮਿਲਾਉਂਦਾ ਹੈ। ਉਸ ਦੇ ਅੰਦਰ ਹਉਮੈ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਦਿੰਦਾ ਹੈ। ਤ੍ਰੈ ਗੁਣ ਮੇਟੇ ਚੌਥੈ ਵਰਤੈ, ਏਹਾ ਭਗਤ ਨਿਰਾਰੀ। ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਾਇਆ ਦੇ 3 ਗੁਣਾਂ ਦਾ ਪ੍ਰਭਾਵ ਮਿਟਾ ਲੈਂਦਾ ਹੈ। ਰਜੋ ਗੁਣ, ਸਤੋ ਗੁਣ, ਤਮੋ ਗੁਣ, ਇਹ 3 ਗੁਣ ਮਾਇਆ ਵਿੱਚ ਹੀ ਗਲਤਾਨ ਕਰਦੇ ਹਨ। ਉਸ ਉੱਚੀ ਆਤਮਿਕ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ, ਜਿੱਥੇ
ਇਹਨਾਂ ਤਿੰਨਾਂ ਗੁਣਾਂ ਦਾ ਜ਼ੋਰ ਨਹੀਂ ਚੜ੍ਹਦਾ। ਜੰਗਲਾਂ ਪਹਾੜਾਂ ਵਿੱਚ ਭਟਕਣ ਨਾਲੋਂ ਉਸ ਨੂੰ ਇਹ ਭਗਤੀ ਹੀ ਅਨੋਖੀ ਖਿੱਚ ਪਾਉਂਦੀ ਹੈ। ਗੁਰਮੁਖ ਜੋਗ ਸ਼ਬਦ ਆਤਮ ਚੀਨੈ, ਹਿਰਦੈ ਏਕ ਮੁਰਾਰੀ। ਹੇ ਉਦੋਂ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਨ ਦੇ ਯੋਗ ਸਾਧਨ ਦੀ ਰਾਹੀਂ ਆਪਣੇ ਆਤਮਿਕ ਜੀਵਨ ਨੂੰ ਪਰਖਦਾ ਰਹਿੰਦਾ ਹੈ ਤੇ ਆਪਣੇ ਹਿਰਦੇ ਵਿੱਚ ਇੱਕ ਪਰਮਾਤਮਾ ਮੁਰਾਰੀ ਦੀ ਯਾਦ ਅਤੇ ਪ੍ਰੀਤ ਨੂੰ ਵਸਾਈ ਰੱਖਦਾ ਹੈ। ਮਨੁਆ ਅਸਥਿਰ ਸ਼ਬਦੇ ਰਾਤਾ, ਏਹਾ ਕਰਨੀ ਸਾਰੀ। ਹੇ ਉਦੋਂ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਸਦਾ ਸ਼ਬਦ ਵਿੱਚ ਰੰਗਿਆ ਰਹਿੰਦਾ ਹੈ। ਇਸ ਵਾਸਤੇ ਉਸ ਦਾ ਮਨ ਵਿਕਾਰਾਂ ਵਿੱਚ ਡੋਲਣ ਦੀ ਥਾਂ ਪ੍ਰਭੂ ਪ੍ਰੀਤ ਵਿੱਚ ਟਿਕਿਆ ਰਹਿੰਦਾ ਹੈ। ਮਨੁੱਖਾ ਜੀਵਨ ਵਿੱਚ ਹੀ ਕਰਨਯੋਗ ਕਾਰ ਉਸ ਨੂੰ ਸ੍ਰੇਸ਼ਟ ਜਾਪਦੀ ਹੈ। ਮਨੁੱਖਾ ਜੀਵਨ ਵਿੱਚ ਉਸ ਨੂੰ ਨਾਮ ਜਪਣਾ ਹੀ ਪਸੰਦ ਆਉਂਦਾ ਹੈ ਅਤੇ ਨਾਮ ਤੋਂ ਬਿਨਾਂ ਉਹ ਹੋਰ ਆਸੇ ਪਾਸੇ ਨਹੀਂ ਦੇਖਦਾ, ਹੋਰ ਮੜ੍ਹੀਆਂ ਮਸਾਣਾਂ 'ਤੇ ਨਹੀਂ ਜਾਂਦਾ। ਉਹ ਹਮੇਸ਼ਾ ਪਰਮਾਤਮਾ ਦਾ ਨਾਮ ਹੀ ਜਪਦਾ ਰਹਿੰਦਾ ਹੈ। ਗੁਰਮੁਖ ਜੋਗ ਸ਼ਬਦ ਆਤਮ ਚੀਨੈ, ਹਿਰਦੈ ਏਕ ਮੁਰਾਰੀ। ਮਨੁਆ ਅਸਥਿਰ ਸ਼ਬਦੇ ਰਾਤਾ, ਏਹਾ ਕਰਨੀ ਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 907 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ। ਕੱਲ੍ਹ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 908 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ। ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।